ਅੱਜ ਦਾ ਜੋ ਮੁੱਖ ਵਾਕ ਰਾਗ ਸੂਹੀ ਦੇ ਅੰਦਰ ਪੜਤਾਲ ਰੂਪ ਅੰਦਰ ਇਹ ਸਰਵਣ ਕੀਤਾ। ਆਓ ਪਿਆਰ ਦੇ ਨਾਲ ਆਏ ਹੋਏ ਮੁੱਖ ਵਾਕ ਦੇ ਵਿਚਾਰ ਨਾਲ ਜੁੜਨਾ ਕਰੀਏ। ਆਪ ਸੰਗਤ ਆਪਣੀ ਅਸੀਸ ਬਖਸ਼ੋ ਅਤੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਜੀ। ਰਾਗ ਸੂਹੀ ਮਹੱਲਾ ਪੰਜਵਾਂ। ਘਰ ਪੰਜਵਾਂ ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੁਰ ਕੀ ਬਾਣੀ ਨੂੰ ਜਦੋਂ ਆਪਾਂ ਵੇਖਦੇ ਹਾਂ, ਜੋ ਅੱਜ ਸਰੂਪ ਸਾਡੇ ਗੁਰੂ ਘਰਾਂ 'ਚ ਪ੍ਰਕਾਸ਼ ਹੁੰਦੇ ਆ, ਇਹਨੂੰ ਦਮਦਮਾ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ। ਜਿਵੇਂ ਆਮ ਬੋਲੀ ਅੰਦਰ ਦਮਦਮੀ ਬੀੜ, ਕਿਉਂਕਿ ਜਦੋਂ ਗੁਰੂ ਕਾਲ ਨੂੰ ਵੇਖਦੇ ਆ ਤੇ 3 ਬੀੜਾਂ ਹੋਂਦ ਵਿੱਚ ਆਈਆਂ। ਜੋ ਪਹਿਲੀ ਬੀੜ ਜਿਹਦੇ ਲਿਖਾਰੀ ਭਾਈ ਗੁਰਦਾਸ ਜੀ ਨੇ, ਤੇ ਜਿਨ੍ਹਾਂ ਨੂੰ ਲਿਖਾਉਣ ਵਾਲੇ ਸ਼ਹੀਦਾਂ ਤੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ, ਉਸ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਗਿਆ। ਬਾਅਦ ਵਿੱਚ ਉਹ ਕਿਵੇਂ ਕਰਕੇ ਧੀਰ ਮੱਲੀਆਂ ਕੋਲ ਇਹ ਬੀੜ ਜਾਂਦੀ ਹੈ ਤੇ ਉਹਨੂੰ ਅੱਜ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ। ਬੀੜ ਦੇ ਅਰਥ ਹੁੰਦੇ ਆ ਕਿਸੇ ਬਹੁ ਪ੍ਰਕਾਰੀ ਚੀਜ਼ ਨੂੰ ਇੱਕ ਥਾਂ ਦੇ ਉੱਤੇ ਉਸ ਉਲੱਥੇ ਨੂੰ ਇਕੱਠਾ ਕਰ ਦੇਣਾ। ਜਿਵੇਂ ਮੰਨ ਲਓ ਆਪਾਂ ਬੇਅੰਤ ਪ੍ਰਕਾਰ ਦੇ ਹੱਥ ਦੇ ਅੰਦਰ ਫੁੱਲਾਂ ਦੇ ਗੁਲਦਸਤੇ ਫੜੇ ਹੋਵਣ ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਗੁਲਦਸਤੇ ਦੇ ਅੰਦਰ ਕਈ ਪ੍ਰਕਾਰ ਦੇ ਫੁੱਲ ਸ਼ੋਭਦੇ ਆ, ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਅੰਦਰ 35 ਮਹਾਂਪੁਰਖਾਂ ਦੀ ਬਾਣੀ ਸ਼ੋਭਦੀ ਆ, ਜੋ ਸਾਨੂੰ ਰੂਹਾਨੀ ਸਪਿਰਚੁਅਲ ਜੀਵਨ ਦੀ ਦਾਤ ਬਖਸ਼ਿਸ਼ ਕਰਦੀ ਹੈ। ਸੋ ਇਹਨਾਂ 1430 ਅੰਗ ਜੋ ਇਸ ਸਰੂਪ ਦੇ ਨੇ, ਇੱਕ ਸਾਨੂੰ ਭਾਈ ਬੰਨੋ ਜੀ ਵੱਲੋਂ ਜੋ ਬੀੜ ਉਸ ਸਮੇਂ ਹੋਂਦ ਵਿੱਚ ਆਈ, ਉਹਨੂੰ ਖਾਰੀ ਬੀੜ ਕਹਿ ਕੇ ਗੁਰੂ ਜੀ ਸੰਬੋਧਨ ਕਰਦੇ ਨੇ। ਤੇ ਤੀਸਰੀ ਬੀੜ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਬਹਿ ਕੇ ਸ਼ਹੀਦ ਭਾਈ ਮਨੀ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਿਗੁਰੂ ਸੱਚੇ ਪਿਤਾ ਦੇ ਨਾਲ ਸਹਾਇਕ ਹੋ ਕੇ ਇਸ ਸਰੂਪ ਨੂੰ ਤਿਆਰ ਕਰਦੇ ਆ। ਤੇ 9ਵੇਂ ਗੁਰੂ ਦੀ ਬਾਣੀ ਵੀ ਗੁਰੂ ਪਾਤਸ਼ਾਹ ਜੀ ਦਰਜ ਕਰਦੇ ਨੇ। ਫਿਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਇੱਕ ਹੋਰ ਭੇਦ ਦੀ ਗੱਲ ਦੱਸਦੇ ਆ ਕਿ ਜਿਵੇਂ 1430 ਅੰਗ ਨੇ ਇਸ ਸਰੂਪ ਦੇ, 10ਵੇਂ ਗ੍ਰੰਥ ਦੇ ਮਾਝ ਨੇ 1428 ਅੰਗ ਰੱਖੇ ਨੇ। 2 ਅੰਗ ਤਾਂ ਕਰਕੇ ਘੱਟ ਰੱਖੇ ਕਿਉਂਕਿ ਇਹ ਬਾਣੀ ਨੂੰ ਖਸਮ ਕੀ ਬਾਣੀ, ਧੁਰ ਕੀ ਬਾਣੀ, ਰੱਬ ਦੀ ਬਾਣੀ ਜਾਂ ਨਿਰੰਕਾਰ ਦੀ ਬਾਣੀ ਕਿਹਾ ਗਿਆ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਇਹ ਸਿੱਖ ਪੁੱਛਦੇ ਰਹੇ, ਮਹਾਰਾਜ ਤੁਸੀਂ ਆਪਣੀ ਬਾਣੀ ਨਹੀਂ ਦਰਜ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਤੇ ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਹੁੰਦੇ ਸੀ, 10ਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਕਿਛ ਧਰਮ ਜੁਧ ਕੈ ਛਾਏ। ਕਹਿੰਦੇ ਇਹ ਬਾਣੀ ਉਹ ਆਤਮਿਕ ਉਡਾਰੀ ਦੀ ਬਾਣੀ ਹੈ, ਜਿਸ ਬਾਣੀ ਨਾਲ ਜੁੜਿਆ ਆਮ ਜੀਵਨ ਵੀ ਸੱਚ ਐਵੇਂ ਉਸ ਪਰਮਾਤਮਾ ਦੇ ਤੱਕ ਪਹੁੰਚ ਜਾਂਦਾ ਹੈ। ਪਰ ਦੂਜੇ ਪਾਸੇ ਜੋ ਸਾਡੀ ਬਾਣੀ ਹੈ ਉਹ ਮੱਝ ਕਹਿੰਦੇ ਸਾਡੀ ਆਪਣੀ ਖੇਡ ਹੈ। ਤੇ ਇਸ ਕਰਕੇ ਉਚਾਰਨ ਕੀਤੀ ਹੈ, ਜਦੋਂ ਇਸ ਬਾਣੀ ਨਾਲ ਕੋਈ ਜੁੜੇਗਾ ਉਹਦੇ ਅੰਦਰ ਜੁਝਾਰੂਪਨ, ਉਹਦੇ ਅੰਦਰ ਕਾਇਰਤਾ ਦੂਰ ਹੋ ਕੇ ਤੇ ਸੱਚ ਵਿਵੇਕ ਨਿਰਭੈ ਵਾਲੀ ਅਵਸਥਾ ਹੋਊਗੀ। ਤਾਂ ਹੀ ਜੰਗਾਂ ਯੁੱਧਾਂ ਦੇ ਸਮੇਂ ਬਹੁਤਾਤ ਵਿੱਚ ਜਿੱਥੇ ਗੁਰੂ ਸਾਹਿਬ ਦੀ ਬਾਣੀ, ਉੱਥੇ ਨਾਲ ਨਾਲ 10ਮ ਗ੍ਰੰਥ ਦੀ ਬਾਣੀ ਦਾ ਜਾਪ ਸਾਡੇ ਜੁਝਾਰੂ ਸਿੰਘ ਕਰਦੇ ਰਹੇ ਨੇ। ਸੋ ਅੱਜ ਮਹਾਰਾਜ ਨੇ ਫਿਰ ਕਿਰਪਾ ਇਹ ਵਰਤਾਈ ਕਿ ਜਿੱਥੇ 31 ਸ਼ੁੱਧ ਰਾਗ ਨੇ, ਉੱਥੇ ਮਿਸ਼ਰਤ ਰਾਗ ਵੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਫਿਰ 22 ਵਾਰਾਂ ਨੇ, ਜਿਨ੍ਹਾਂ ਵਿੱਚੋਂ 21 ਵਾਰਾਂ ਗੁਰੂ ਸਾਹਿਬਾਨ ਤੇ ਇੱਕ ਵਾਰ ਜੋ ਹੈ ਉਹ ਧੰਨ ਗੁਰੂ ਆਪਣੇ ਗੁਰਸਿੱਖਾਂ ਦੀ ਹੈ, ਸੱਤੇ ਜੀ ਰਾਏ ਬਲਵੰਡ ਜੀ ਦੀ। ਹੁਣ ਇੱਕ ਹੋਰ ਬੜੀ ਭੇਦ ਵਾਲੀ ਗੱਲ ਹੈ, ਮਹਾਰਾਜ ਨੇ ਰਾਗਾਂ ਦੇ ਨਾਲ ਪੜਤਾਲਾਂ ਵੀ ਉਚਾਰਨ ਕੀਤੀਆਂ ਨੇ। ਪੜਤਾਲ ਦਾ ਭਾਵ ਹੁੰਦਾ ਕਿਸੇ ਤਾਲ ਨੂੰ ਬਦਲ ਕੇ ਕੋਈ ਸ਼ਬਦ ਨੂੰ ਗਾਇਆ ਜਾਣਾ, ਤਾਂ ਕਰਕੇ ਇੱਥੇ ਪੜਤਾਲ ਸ਼ਬਦ ਆਇਆ। ਜਿਵੇਂ ਅਸੀਂ ਇਹਨੂੰ ਸੰਗੀਤ ਦੇ ਘਰ 'ਚ ਵੇਖਦੇ ਹਾਂ ਤੇ ਵੱਧ ਤੋਂ ਵੱਧ 4 ਜਾਂ 3 ਜਿਵੇਂ ਇੱਕ ਰਾਗ ਇੱਕੋ ਹੋਣਾ ਤੇ ਉਹਦੇ ਜਿਹੜੇ ਨੇ ਤਾਲ ਬਦਲ ਕੇ ਉਹ ਸ਼ਬਦ ਨੂੰ ਗਾਉਣਾ। ਤੇ ਇਹਦਾ ਰੂਟ ਜੋ ਸ਼ਬਦ ਦਾ ਅਲੰਕਾਰ ਮਾਝ ਨੇ ਸਿਰਜਿਆ, ਸਤਿਗੁਰੂ ਸੱਚੇ ਪਿਤਾ ਜੀ ਨੇ ਜੋ ਪੰਕਤੀਆਂ ਦੇ ਵਿੱਚ ਅੱਖਰਾਂ ਨੂੰ ਪਰੋਇਆ, ਉਹ ਵੀ ਪੜਤਾਲ ਵਰਗਾ ਹੈ ਕਿ ਗਾਉਣ ਲੱਗਿਆਂ ਰਾਗੀ ਸਿੰਘਾਂ ਨੂੰ ਖੁਦ ਗੁਰੂ ਸਾਹਿਬ ਜਦੋਂ ਸਰੰਦਾ ਲੈ ਕੇ ਗਾਉਂਦੇ ਰਹੇ ਤੇ ਕਿੰਨੀ ਰੂਹਾਨੀ ਜੋ ਹੈ ਉਹ ਦਾਤ ਉਸ ਸਮੇਂ ਵਰਸਦੀ ਹੋਵੇਗੀ। ਅੱਗੇ ਸੰਖੇਪ ਰੂਪ ਦੇ ਅੰਦਰ ਮਾਝ ਨੇ ਮੰਗਲ ਜੋ ਉਚਾਰਨ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਏ ਹੋਏ ਮੰਗਲ ਦਾ
ਜੋ ਸਤਿਗੁਰੂ ਸੱਚੇ ਪਿਤਾ ਨੇ ਊੜਾ ਹੈ ਉਹਦਾ ਆਕਾਰ ਖੁੱਲਾ ਰੱਖਿਆ, ਇਹਨੂੰ ਕਾਰ ਕਹਿੰਦੇ ਆ ਕਿ ਉਹ ਪਰਮਾਤਮਾ ਜਿਹੜਾ ਤਿੰਨ ਗੁਣਾਂ ਨੂੰ ਬਣਾਉਣ ਵਾਲਾ, ਤਿੰਨ ਗੁਣਾਂ ਵਿੱਚ ਆਪਣੀ ਹੋਂਦ ਨੂੰ ਟਿਕਾ ਕੇ ਬੈਠਾ, ਤੇ ਚੌਥਾ ਗੁਣ ਉਹਦੇ ਵਿੱਚ ਇਹ ਹੈ ਕਿ ਉਹ ਇਹਦੇ ਤੋਂ ਨਿਰਲੇਪ ਵੀ ਹੈ। ਪਰ ਅੱਜ ਇੱਕ ਖਿਲਵਾੜ ਇਹ ਕੀਤਾ ਜਾ ਰਿਹਾ ਇਸ ਮੂਲ ਮੰਤਰ ਨਾਲ ਕਿ ਜੋ ਆਮ ਪੋਥੀਆਂ ਖਾਸ ਕਰਕੇ ਛਾਪੀਆਂ ਜਾ ਰਹੀਆਂ ਜਾਂ ਹੋਰਾਂ ਦੇ ਵਿੱਚ ਊੜੇ ਦਾ ਮੂੰਹ ਬੰਦ ਕੀਤਾ ਜਾ ਰਿਹਾ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਓਮ ਦੇ ਨਾਲ ਤਰਜੀਹ ਦਿੱਤੀ ਜਾਏ, ਪਰ ਗੁਰੂ ਸਾਹਿਬਾਨ ਨੇ ਜੋ ਮੂਲ ਮੰਤਰ ਉਚਾਰਿਆ ਉਹਦਾ ਆਕਾਰ ਜਿਹੜਾ ਹੈ ਉੱਪਰ ਵਾਲਾ ਉਹ ਖੁੱਲਾ ਰੱਖਿਆ। ਸਤਿਗੁਰ ਪ੍ਰਸਾਦ, ਇਹਦੇ ਦੋ ਪ੍ਰਕਾਰ ਦੇ ਅਰਥ ਕਰਦੇ ਹੁੰਦੇ ਆ, ਕਈ ਸਤਿਗੁਰ ਇਕੱਠਾ ਕਰ ਦਿੰਦੇ ਤੇ ਕਈ ਸਤ ਤੇ ਗੁਰ ਪ੍ਰਸਾਦ ਕਰਦੇ ਆ, ਤੇ ਅਰਥ ਦੋਨੋਂ ਹੀ ਢੁੱਕ ਜਾਂਦੇ, ਕਿਉਂਕਿ ਉਹ ਪਰਮਾਤਮਾ ਜਿਹੜਾ ਸਤ ਹੈ ਉਹ ਪਰਮਾਤਮਾ ਦੀ ਹਸਤੀ ਨਾਮ ਕਰਕੇ ਵੀ ਸਤ ਹੈ, ਤੇ ਉਸ ਪਰਮਾਤਮਾ ਦੇ ਉੱਤੇ ਜਿਵੇਂ ਆਮ ਜ਼ਿੰਦਗੀ ਅੰਦਰ ਬਚਪਨ ਬੁਢੇਪਾ ਤੇ ਜਵਾਨੀ ਆਉਂਦੀ ਉਹ ਵੀ ਨਹੀਂ ਆਉਂਦੀ। ਤਾਂ ਕਰਕੇ ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਤੇ ਦੂਜੇ ਅਰਥ ਇਹਦੇ ਇਹ ਨੇ ਕਿ ਉਹ ਸਤਿਗੁਰ ਦੀ ਕਿਰਪਾ ਪ੍ਰਸਾਦ ਗ੍ਰੇਸ ਦੁਆਰਾ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਿਤਾ ਅੱਗੇ ਕੀ ਕਿਰਪਾ ਕਰਦੇ ਨੇ ਅੱਜ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਸਤਿਗੁਰੂ ਜੀ ਕਹਿੰਦੇ ਦੋ ਵਾਰੀ ਸ਼ਬਦ ਆਇਆ ਪ੍ਰੀਤ ਪ੍ਰੀਤ, ਇਹਦੇ ਅਰਥ ਇਹ ਨੇ ਕਿ ਦੁਨੀਆ ਦੇ ਅੰਦਰ ਵੀ ਬਹੁ ਪ੍ਰਕਾਰ ਦੀ ਪ੍ਰੀਤ ਦੀ ਜੋ ਜ਼ਿਕਰ ਚੱਲਦਾ, ਪਰ ਮੱਝ ਕਹਿੰਦੇ ਇਹਨਾਂ ਦੁਨੀਆ ਪਿਆਰਾਂ ਵਿੱਚੋਂ ਦੁਨੀਆ ਦੀ ਪ੍ਰੀਤ ਵਿੱਚੋਂ ਜੋ ਸ਼੍ਰੋਮਣੀ ਪ੍ਰੀਤ ਹੈ ਉਹ ਗੁਰੀਆ ਦਾ ਭਾਵ ਹੁੰਦਾ ਬਹੁਤ ਵੱਡੀ ਪ੍ਰੀਤ, ਤੇ ਮੱਝ ਕਹਿੰਦੇ ਉਹ ਹੈ ਮੋਹਨ ਲਾਲਨਾ। ਮੋਹਨ ਦਾ ਭਾਵ ਹੈ ਜੋ ਪਰਮਾਤਮਾ ਉਹਦਾ ਸ਼ਬਦ ਉਹਦੀ ਵਡਿਆਈ ਸੱਚ ਐਵੇਂ ਸਾਡੇ ਮਨ ਨੂੰ ਮੋਹ ਲੈਂਦੀ ਹੈ, ਇੱਕਦਮ ਮਨ ਅਚ ਅਚ ਕਰ ਉੱਠਦਾ ਪਰਮਾਤਮਾ ਦੀਆਂ ਅਚਰਜ ਖੇਡਾਂ ਵੇਖ ਕੇ। ਤੇ ਲਾਲਣਾ ਦਾ ਭਾਵ ਹੁੰਦਾ ਜੋ ਪਰਮਾਤਮਾ ਬਹੁਤ ਸੋਹਣਾ। ਇਹ ਲਾਲ ਸ਼ਬਦ ਵੀ ਬਾਣੀ ਚ ਆਇਆ, ਐਸੀ ਲਾਲ ਤੁਝ ਬਿਨ ਕੌਣ ਕਰੈ। ਲਾਲ ਦਾ ਭਾਵ ਉਹ ਪਰਮਾਤਮਾ, ਤੇ ਲਾਲਣਾ ਸ਼ਬਦ ਵੀ ਸਤਿਗੁਰੂ ਜੀ ਬਹੁਤ ਪ੍ਰੇਮ ਦੇ ਵਿੱਚ ਜਾ ਕੇ ਉਚਾਰਦੇ ਨੇ ਕਿ ਦੁਨੀਆ ਦੀਆਂ ਪ੍ਰੀਤਾਂ ਵਿੱਚੋਂ ਜਾਂ ਹੋਰ ਪ੍ਰੀਤਾਂ ਵਿੱਚੋਂ ਜੋ ਸ਼੍ਰੋਮਣੀ ਤੇ ਸਭ ਤੋਂ ਵੱਡੀ ਪ੍ਰੀਤ ਹੈ ਉਸ ਇਦਾਂ ਕਹਿ ਲਓ ਸਿੱਖ ਦੀ ਆਪਣੇ ਗੁਰੂ ਨਾਲ ਹੈ, ਸਿੱਖ ਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ। ਤੇ ਮੱਝ ਨੇ ਅੱਗੇ ਕਿਰਪਾ ਕੀਤੀ, ਜਪ ਮਨ ਗੋਬਿੰਦ ਏਕੈ। ਸਤਿਗੁਰੂ ਗੁਰੂ ਅਰਜਨ ਦੇ ਮੱਝ ਕਹਿੰਦੇ ਐ ਮਨ ਤੂੰ ਉਸ ਪਰਮਾਤਮਾ ਦੀ ਬੰਦਗੀ ਕਰ। ਵੇਖੋ ਕਿੰਨੇ ਕਮਾਲ ਦੀ ਗੱਲ ਹੈ ਸੰਗਤ ਜੀ, ਗੁਰੂ ਹਯਾਤੀ ਵਿੱਚ ਜਦੋਂ ਖੁਦ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਹੋਵੇਗਾ ਕਿਸ ਅਵਸਥਾ ਜੋ ਬਣਗੇ, ਕਿਉਂਕਿ ਜਿਹੜੀ ਬਾਣੀ ਹੈ ਨਾ ਉਹ ਵੱਖ-ਵੱਖ ਅਵਸਥਾਵਾਂ ਦੇ ਵਿੱਚ ਉਚਾਰਨ ਹੋਈ। ਭਾਵ ਇਹਦਾ ਕਿ ਕੁਝ ਬਾਣੀ ਉਹ ਹੈ ਜੋ ਨਿਰੋਲ ਪਰਮਾਤਮਾ ਦੀ ਸਿਫਤ ਦੇ ਵਿੱਚ ਉਚਾਰੀ ਗਈ, ਕੁਝ ਬਾਣੀ ਉਹ ਹੈ ਜਦੋਂ ਮਹਾਰਾਜ ਦੇ ਉੱਤੇ ਚੜ ਕੇ ਦੁਸ਼ਮਣ ਆਏ ਤੇ ਰੱਬ ਨੇ ਸੱਚ ਵੇ ਮਹਾਰਾਜ ਦੀ ਹਿਫਾਜ਼ਤ ਕੀਤੀ ਤੇ ਸ਼ੁਕਰਾਨੇ ਚ ਬਾਣੀ ਉਚਾਰਨ ਗਈ। ਕੁਝ ਬਾਣੀ ਉਹ ਹੈ ਜਿਵੇਂ ਭਗਤ ਸਾਹਿਬਾਨਾਂ ਦੀ, ਜੇ ਘਰ ਦੇ ਵਿੱਚ ਕੋਈ ਝਗੜਾ ਵੀ ਪਿਆ ਤੇ ਉਹ ਵੀ ਬਾਣੀ ਭਗਤਾਂ ਨੇ ਉਚਾਰ ਕੇ ਤੇ ਸਾਡੇ ਸਾਹਮਣੇ ਨਿਰੀਖਣ ਕੀਤਾ ਕਿ ਹਰ ਇੱਕ ਮੁਸ਼ਕਲ ਵਿੱਚ ਉਸ ਪਰਮਾਤਮਾ ਨਾਲ ਜੁੜ ਕੇ ਉਹਦੇ ਭਾਣੇ 'ਚ ਕਿਵੇਂ ਰਹਿਣ। ਸੋ ਇਹ ਜੋ ਸ਼ਬਦ ਹੈ ਪਰਮਾਤਮਾ ਦੇ ਪਰਥਾਏ ਜੋ ਗੁਰੂ ਸਾਹਿਬ ਨੇ ਉਚਾਰਿਆ, ਪਹਿਲੀ ਗੱਲ। ਤੇ ਦੂਜੀ ਗੱਲ ਵੇਖੋ, ਜਦੋਂ ਮਹਾਰਾਜ ਜੀ ਆਪ ਇਸ ਸ਼ਬਦ ਨੂੰ ਪੜ੍ਹਦੇ ਹੋਣਗੇ ਉਚਾਰਨ ਤੋਂ ਬਾਅਦ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਕਾਸ਼ ਕੀਤੇ ਗਏ, ਫਿਰ ਬਾਅਦ ਵਿੱਚ ਗੁਰੂ ਸਾਹਿਬ ਦੇ ਅਰਥ ਕਰਦੇ ਹੋਣਗੇ। ਉਹ ਸਮਾਂ ਸੀ, ਅੱਜ ਇਹ ਸਮਾਂ, ਕੱਲ ਨੂੰ ਹਜ਼ਾਰਾਂ ਸਾਲਾਂ ਬਾਅਦ ਵੀ ਇੱਕ ਸਮਾਂ ਆਉਣਾ ਜਦੋਂ ਇਸ ਤੋਕਣ ਨੇ ਕੂਕ ਕੂਕ ਕੇ ਕਹਿਣਾ ਭਾਈ ਜਪ ਮਨ ਗੋਬਿੰਦ ਏਕੈ ਜ਼ਰੂਰ ਧਿਆਓ। ਵੇਖੋ ਦੁਨੀਆ ਦੇ ਅੰਦਰ ਕੋਈ ਕਮੀ ਨਹੀਂ ਕਿ ਲੋਕ ਮੰਤਰਾਂ ਦਾ ਜਾਪ ਨਹੀਂ ਕਰਦੇ, ਪਰ ਗੁਰੂ ਸਾਹਿਬ ਕਹਿੰਦੇ ਵੱਖ-ਵੱਖ ਮੰਤਰਾਂ ਦਾ ਜਾਪ ਹੋ ਰਿਹਾ, ਇੱਕ ਦਾ ਜਾਪ ਕੋਈ ਨਹੀਂ ਕਰ ਰਿਹਾ। ਇਸ ਕਰਕੇ ਨਦੀਆਂ ਨੂੰ ਨਾ ਫੜੋ, ਦਰਿਆਵਾਂ ਨੂੰ ਨਾ ਫੜੋ। ਮਹਾਰਾਜ ਕਹਿੰਦੇ ਸ਼ੌ ਸਾਗਰ ਨਾਲ ਜੁੜ ਜਾਓ, ਕਿਉਂਕਿ ਇਹ ਨਦੀਆਂ ਵੀ ਤੇ ਇਹ ਦਰਿਆ ਵੀ ਇੱਕ ਦਿਨ ਡਿੱਗਦੀਆਂ ਢਹਿੰਦੀਆਂ ਉਸ ਸਾਗਰ ਤੱਕ ਹੀ ਪਹੁੰਚਣੀਆਂ ਨੇ। ਉਹ ਹੈ ਪ੍ਰਮਾਤਮਾ ਕਿ ਜਪ ਮਨ ਗੋਬਿੰਦ ਏਕੈ। ਮਹਾਰਾਜ ਕਹਿੰਦੇ ਉਸ ਇੱਕ ਵਾਹਿਗੁਰੂ ਜੀ ਨੂੰ ਜਪੀਏ, ਅਵਰ ਨਹੀਂ ਕੋ ਲੇਖੈ। ਧਰਮ ਦੇ ਮਾਰਗ ਦੇ ਅੰਦਰ ਸਤਿਗੁਰੂ ਕਹਿੰਦੇ ਜੇ ਕੋਈ ਚੀਜ਼ ਲੇਖੇ ਲੱਗੂਗੀ, ਸੱਚ ਐਵੇਂ ਕਰਮ ਧਰਮ ਬਾਕੀ ਸਭ ਇੱਕ ਪਾਸੇ ਕਰ ਦਿਓ ਤੇ ਇੱਕ ਪਾਸੇ ਵਾਹਿਗੁਰੂ ਜੀ ਦਾ ਨਾਮ। ਮਹਾਰਾਜ ਕਹਿੰਦੇ ਕਿਨਕਾ ਮਾਤਰ ਨਾਮ ਨੇ, ਸੱਚ ਐਵੇਂ ਤੁਹਾਡੇ ਸਾਰੇ ਲੇਖੇ ਮੁਕਾ ਦਿੰਨੇ ਆ। ਪਰ ਜਿਸ ਨਾਮ ਦਾ ਅਭਿਆਸ ਨਾ ਕਰਕੇ ਹੋਰ ਕਰਮ ਧਰਮ ਕੀਤੇ ਤੇ ਉਹ ਕਿਸੇ ਲੇਖੇ 'ਚ ਨਹੀਂ ਆਉਣੇ।
ਤਾਂ ਕਰਕੇ ਗੁਰੂ ਸਾਹਿਬ ਇਹ ਕਹਿੰਦੇ ਨਾ ਗੱਲ ਕਿ ਨਾਨਕ ਲੇਖੈ ਇੱਕ ਗੱਲ ਦਾ ਭਾਵੇਂ ਕੇਵਲ ਵਾਹਿਗੁਰੂ। ਜਦੋਂ ਸਿੱਖ ਇਹ ਗੱਲ ਕਹੂਗਾ, ਰੱਬ ਦੇ ਘਰ ਦੇ ਵਿੱਚ ਜੇ ਕੋਈ ਲੇਖੇ 'ਚ ਗੱਲ ਆਊਗੀ ਤੇ ਜਪਿਆ ਨਾਮ ਪੜ੍ਹੀ ਬਾਣੀ ਕੰਮ ਆਉਣੀ ਹੈ। ਗੁਰੂ ਸਾਹਿਬ ਕਹਿੰਦੇ ਉੱਥੇ ਦੂਜੀ ਹੋਰ ਕੋਈ ਗੱਲ ਹੀ ਨਹੀਂ ਹੈਗੀ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਨ ਵਾਹ ਕੱਢੇ ਜਜਮਾਲਿਆ। ਸੋ ਸਤਿਗੁਰੂ ਜੀ ਕਹਿੰਦੇ ਕਿ ਆਓ ਉਸ ਨਾਮ ਨਾਲ ਆਪਾਂ ਜੁੜੀਏ। ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ ਸੰਤ ਲਾਗ। ਇਸੇ ਤੁਕ ਦੇ ਅੰਦਰ, ਕਿਉਂਕਿ ਇਹ ਪੜਤਾਲ ਰੂਪ ਤੁਕ ਚੱਲੂਗੀ, ਬਹੁਤ ਲੰਮੇਰੀਆਂ ਤੁਕਾਂ ਮਹਾਰਾਜ ਨੇ ਉਚਾਰੀਆਂ ਤੇ ਬਹੁਤ ਛੋਟੀਆਂ ਵੀ ਉਚਾਰੀਆਂ। ਗੁਰੂ ਜੀ ਕਹਿੰਦੇ ਜਿੱਥੇ ਨਾਮ ਜਪਣਾ ਉੱਥੇ ਸੰਤ ਲਾਗ, ਚੰਗੇ ਸਤਿਪੁਰਸ਼ਾਂ ਦੀ ਸੰਗਤ ਵੀ ਕਰੀਏ। ਅਕਸਰ ਗੁਰੂ ਸਾਹਿਬ ਦੂਜੇ ਤੀਜੇ ਦਿਨ ਜਦੋਂ ਵੀ ਮੁੱਖ ਵਾਕ ਆਉਂਦਾ ਇਹ ਗੱਲ ਜ਼ਰੂਰ ਕਹਿ ਦਿੰਦੇ ਕਿ ਸਤਿਪੁਰਸ਼ਾਂ ਦੀ ਸੰਗਤ, ਇਹ ਸੰਗਤ ਜੀ ਇਵੇਂ ਆ ਜਿਵੇਂ ਮੰਨ ਲਓ ਆਪਾਂ ਬਹੁਤ ਮਹਿੰਗੀ ਜ਼ਮੀਨ ਲਈ ਆ, ਉਸ ਜ਼ਮੀਨ ਦੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਵਾਹੀ ਕੀਤੀ ਤੇ ਬੜਾ ਮਹਿੰਗਾ ਬੀਜ ਪਾਇਆ, ਪਰ ਜੇ ਉਸ ਜ਼ਮੀਨ ਨੂੰ ਇਦਾਂ ਹੀ ਛੱਡ ਦਈਏ, ਮਰਜ ਕਹਿੰਦੇ ਨਹੀਂ, ਮਹਿੰਗੀ ਜ਼ਮੀਨ ਲੈ ਕੇ ਚੰਗੀ ਵਾਹ ਕੇ ਫਸਲ ਬੀਜ ਕੇ ਉਹਨੂੰ ਸਿਆਣੇ ਜਿਹੜੇ ਕਿਸਾਨ ਉਹ ਵਾੜ ਦੇ ਦਿੰਦੇ ਰਹੇ ਕਿ ਇਹਨੂੰ ਕੋਈ ਜਾਨਵਰ ਜੰਗਲੀ ਜਾਂ ਕੋਈ ਹੋਰ ਜਿਹੜਾ ਨੁਕਸਾਨ ਨਾ ਪਹੁੰਚਾਏ। ਬਾਣੀ ਪੜ੍ਹਨੀ ਇਹ ਹੈ ਚੰਗੀ ਜ਼ਮੀਨ ਹਿਰਦੇ ਦੀ ਬਣਾ ਲੈਣੀ, ਨਾਮ ਜਪਣਾ ਚੰਗਾ ਬੀਜ ਪਾਣਾ, ਪਰ ਜੇ ਸਤਿਪੁਰਸ਼ਾਂ ਦੀ ਵਾੜ ਨਾ ਦਿੱਤੀ ਤੇ ਬਕਾਰ ਰੂਪੀ ਜਾ ਕੇ ਜਾਨਵਰ ਇਹਨੂੰ ਲੁੱਟ-ਪੁੱਟ ਲੈ ਜਾਣਗੇ। ਤਾਂ ਕਰਕੇ ਮਹਾਰਾਜ ਕਹਿੰਦੇ ਇਸ ਨੂੰ ਵਾੜ ਦਿਓ ਸਤਿਪੁਰਸ਼ਾਂ ਦੀ, ਕਿਉਂਕਿ ਉਹ ਫਿਰ ਅੰਦਰ ਵਕਾਰਾਂ ਨੂੰ, ਕੋ ਸੰਗਤਾਂ ਨੂੰ, ਕੋ ਕਰਮੀਆਂ ਨੂੰ ਨੇੜੇ ਨਹੀਂ ਆਉਣ ਦੇਣਗੇ। ਮਹਾਰਾਜ ਕਿਰਪਾ ਕਰਕੇ ਕਹਿੰਦੇ ਸੰਤ ਲਾਗ, ਤੂੰ ਇਸ ਕਰਕੇ ਜੁੜਿਆਂ ਦੀ ਸੰਗਤ ਕਰ। ਮਹਾਰਾਜ ਕਹਿੰਦੇ ਮਨੈ ਛਾੜ, ਤੇ ਮਨ ਤੋਂ ਇੱਕ ਚੀਜ਼ ਨੂੰ ਦੂਰ ਕਰ। ਉਹ ਕਿਹੜੀ ਹੈ? ਮਹਾਰਾਜ ਕਹਿੰਦੇ ਦੁਬਦਾ ਕੀ ਕੁਰੀਆ। ਸੰਗਤ ਜਿੱਥੇ ਕੁਰੀਆ ਦੇ ਅਰਥ ਨੇ ਪਗ ਡੰਡੀ ਕੀਤੇ ਰਸਤਾ, ਕਿ ਦੁਬਦਾ ਨੂੰ ਆਪਣੇ ਮਨ ਤੋਂ ਮੇਰ ਤੇਰ ਜੋ ਹੈ, ਕਦੇ ਤੂੰ ਡੋਲ ਜਾਣਾ ਕਦੇ ਚੜ੍ਹਦੀ ਕਲਾ ਚਾਹਨਾ, ਇਸ ਅਵਸਥਾ ਨੂੰ ਛੱਡ ਕੇ ਸੱਚ ਐਵੇਂ ਜੋ ਅੱਜ ਗੁਰੂ ਜੀ ਨੇ ਕਿਹਾ ਉਹਨੂੰ ਘੁਮਾ। ਇਹ ਆਰੰਭਕ ਕੀ ਦੋ ਤੁਕਾਂ ਨੇ ਤੇ ਰਹਾਓ ਅੱਗੇ ਹੈ। ਇਹ ਤੇ ਥੋੜਾ ਜਿਹਾ ਆਪਾਂ ਰੁਕ ਜਾਈਏ, ਕਿਉਂਕਿ ਪ੍ਰੀਤ ਦੀ ਗੁਰੂ ਸਾਹਿਬ ਨੇ ਸਾਨੂੰ ਜ਼ਿਆਦਾ ਅੱਜ ਇਹ ਬਖਸ਼ਿਸ਼ ਕੀਤੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਕਿਰਪਾ ਵਰਤਾਈ, ਇੱਕ ਨਾ ਪੌੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਤੇ ਪ੍ਰੀਤ ਦੀ ਵਿਆਖਿਆ ਬੜੀ ਸੋਹਣੀ ਕੀਤੀ ਉਸ ਪੌੜੀ ਅੰਦਰ। ਗੁਰੂ ਸਾਹਿਬ ਨੇ ਨਾ ਉਦਾਹਰਨਾਂ ਦਿੱਤੀਆਂ ਸਾਨੂੰ, ਆਮ ਪੰਛੀ ਦੀ ਕਹਿ ਲੋ, ਪਰਿੰਦਿਆਂ ਦੀ, ਤੇ ਉੱਥੇ ਮਹਾਰਾਜ ਪਹਿਲੀ ਉਦਾਹਰਨ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। अब वेखो उदाहरण बहुत सौखी है, पर जे किते कमान दी अंदर गुरु जी दात बख्श देन। महाराज कहंदे पानी दे अंदर जे वैसे बाणी नूं मन्नो ना संगत ते 42 लाख जूना पानी विच मन्नियां गईयां, 84 टोटल मनदे आ। वैसे गिनती गुरु साहब ने ते क्या केतियां खानी केतियां बाणी केते पात नरिंद, ये गिनती तां एक दसी जांदी कि आम बंदे दी समझ च गल आवे, पर ये नहीं 84 तो अगे जिहड़ी आ रब दी बनाई हुई पैदावार ही खत्म हो गई आ। नहीं, महाराज कहंदे ओहदियां खाणियां ते बाणियां दा कोई अंत नहीं है। सतगुरु पिता कहते जो मछली बिन पानी है, वेखो पानी च डड्डू भी रहंदे आ, पानी च होर जो जूना दी गल कीती सापित आदिक कच्छू कम्मे बहुत जिहड़े ने वो पानी च रहिंदे, पर जदों पानी नाल प्रीत दी गल चली ना, उदों धर्म ग्रंथां ने मच्छी नूं सामने लिआंदा, होर किसे नूं नहीं लिआंदा। उहदा कारण ये आ, तुसीं कदे वेखो डड्डू पानी च भी रह लैंदा ते बाहर भी धुੱਪ सेक जांदा है। कच्छू कम्मी जां कच्छू कम्मा पानी च भी रह लैंदा, दिल करे बरेते च भी घूम जांदा। इसे तरह सप है वो पानी च भी रह लैंदे ते बाहर भी, पर मच्छी दी प्रीत तां प्रवान कीती। महाराज कहंदे ओहदा जीवन ही पानी है। सच जाणियो जे एक खिण दे लई मच्छी नूं पानी तो बाहर कीता ते मच्छी तड़प तड़प के मर जांदी आ। तां महाराज कहंदे जिद्दां पानी नाल मच्छी दा स्नेह है, बस इसे तरह सिखा तेरा गुरु दी बाणी नाल स्नेह आवे। जिवें मच्छी पानी तो बिना नहीं रह सकती, सिख भी उस परमात्मा दी नेम रूपी बाणी तो बिना ना रवे। इत्थे महाराज ने यह कृपा वरताई जो मछली बिन पानी है क्यों जीवन पावै। दूजा पक्ष भी नाल सुनते चलो। भाई गुरदास इस पक्ष नूं कहंदे जदों तो संसार बनिया मच्छी दी प्रीत पानी नाल है, पर पानी दी प्रीत मच्छी नाल नहीं। ये भी पक्ष नाल लेना। क्यों कहंदे अज तक पानी ने नहीं कहा कि तू मेरे कोलों चलीए, तेनू मछियारा लै चलिया, झीवर लै चलिया ते मैं तेनू जान नहीं देना, बिल्कुल नहीं।
ਕਹਿੰਦੇ ਉਹ ਪ੍ਰੀਤ ਇੱਕ ਪਾਸੇ ਦੀ ਆ, ਪਰ ਕਮਾਲ ਦੀ ਗੱਲ ਅੱਜ ਤੱਕ ਮੱਛੀ ਨੇ ਵੀ ਗਿਲਾ ਨਹੀਂ ਕੀਤਾ ਕਿ ਮੈਂ ਤੇਰੇ ਬਿਨਾ ਮਰ ਜਾਨੀ ਆ, ਤੂੰ ਕਦੇ ਸਾਂਭਿਆ ਹੀ ਨਹੀਂ। ਮਹਾਰਾਜ ਕਹਿੰਦੇ ਉਸ ਪ੍ਰੀਤ 'ਚ ਦੁੱਖ ਹੈ, ਪਰ ਉਹ ਤਾਂ ਵੀ ਪ੍ਰੀਤ ਨਿਭਾਉਂਦੇ ਆ। ਜਦੋਂ ਸਿੱਖ ਦੇ ਗੁਰੂ ਦੀ ਗੱਲ ਕੀਤੀ, ਸਿੱਖ ਗੁਰੂ ਲਈ ਆਪਾ ਵਾਰੇ, ਤੇ ਮਹਾਰਾਜ ਛਾਤੀ ਨਾਲ ਲਾ ਕੇ ਕਹਿੰਦੇ ਤੇਰੇ ਲਈ ਮੈਂ ਪਰਿਵਾਰ ਵਾਰ ਕੇ ਜਾਵਾਂਗਾ। ਇੱਥੇ ਹੈ ਕਿ ਤੈਨੂੰ ਅੰਦਰੋਂ ਵੀ ਇੱਕ ਭਾਵਨਾ ਮਿਲੂਗੀ ਜੇ ਤੁਹਾਡੀ ਗੱਲ ਪਕੜ ਚਾਹੀ ਹੋਵੇ। ਦੂਜੀ ਗੱਲ ਵੈਸੇ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਕਹਿ ਰਹੇ ਹਾਂ, ਮਹਾਰਾਜ ਕਹਿੰਦੇ ਜੋ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰਿਕੋ ਕਿਉ ਕਾਤਰਿ ਬਤਾਵੈ। ਵੇਖੋ ਸੰਗਤ ਜੀ, ਪੰਛੀ ਵੀ ਬਹੁਤ ਨੇ ਨਾ, ਪਰ ਉਹਨਾਂ ਪੰਛੀਆਂ ਚੋਂ ਬਬੀਹੇ ਦੀ ਪਪੀਹੇ ਦੀ ਹੀ ਕਿਉਂ ਗੱਲ ਕੀਤੀ? ਕਿਉਂਕਿ ਪਪੀਹੇ ਅੰਦਰ ਇੱਕ ਗੁਣ ਰੱਬ ਨੇ ਪਾਇਆ, ਜਿੰਨੇ ਮਰਜੀ ਨਦੀ ਨਾਲੀ ਟੋਬੇ ਖੂਹ ਸਮੁੰਦਰ ਬਹੁਤ ਕੁਝ ਹੈ ਸੰਸਾਰ ਤੇ, ਪਰ ਉਹ ਕੇਵਲ ਸਵਾਂਤੀ ਬੂੰਦ ਦਾ ਹੀ ਪਾਣੀ ਪੀਂਦਾ ਹੈ। ਸਵਾਂਤੀ ਬੂੰਦ ਕਹਿ ਲੋ ਕਿ ਜਦੋਂ ਮੇਘ ਫੁੱਟਦੇ ਆ, ਭਾਵੇਂ 6 ਮਹੀਨੇ ਬੱਦਲ ਨਾ ਪਵੇ, ਸਮੁੰਦਰਾਂ ਦੇ ਕੰਢੇ ਤੇ ਪਪੀਹਾ ਰਵੇ, ਤੇ ਉਹਨੂੰ ਕੋਈ ਕਵੇ ਤੂੰ ਪਾਣੀ ਤੋਂ ਪਿਆਸਾ ਮਰਦਾ ਤੇ ਆ ਲਾਗੋ ਪੀ ਲੈ, ਉਹ ਕਹਿੰਦਾ ਨਹੀਂ, ਮੇਰਾ ਰੱਬ ਨੇ ਇਸ਼ਕ ਉਸ ਸਵਾਂਤੀ ਬੂੰਦ ਨਾਲ ਲਾਇਆ, ਮੈਂ ਪਿਆਸਾ ਤੇ ਮਰ ਸਕਦਾ ਪਰ ਗੈਰਾਂ ਦੇ ਦਰਾਂ ਤੇ ਨਹੀਂ ਜਾ ਸਕਦਾ। ਵੇਖੋ ਕਮਾਲ ਕੀਤੀ ਨਾ। ਮਹਾਰਾਜ ਕਹਿੰਦੇ ਸਿੱਖਾ, ਇਸੇ ਤਰ੍ਹਾਂ ਤੂੰ ਉਹਨਾਂ ਪੰਛੀਆਂ ਚੋਂ ਪਪੀਹੇ ਵਰਗਾ ਬਣ। ਬਹੁਤ ਦਰਾਂ ਦੇ ਲੋਕ ਤੈਨੂੰ ਆ ਕੇ ਦੇਣਗੇ ਕਿ ਆਹ ਦਰ ਇੱਥੇ ਜਾ ਏਦਾਂ। ਮਹਾਰਾਜ ਕਹਿੰਦੇ ਤੂੰ ਇੱਕ ਗੱਲ ਕਹੀ, ਮੈਂ ਆਪਣੇ ਗੁਰੂ ਦੀ ਬਾਣੀ ਦਾ ਸਵਾਂਤੀ ਜਲ ਸਕਾਂਗਾ, ਮੈਨੂੰ ਹੋਰ ਕਿਸੇ ਮੰਤਰ ਜਾਪ ਦੀ ਲੋੜ ਨਹੀਂ। ਇਹ ਜੋ ਗੁਰੂ ਸਾਹਿਬ ਅੱਜ ਕਹਿ ਰਹੇ। ਹੁਣ ਇੱਥੇ ਵੀ ਭਾਈ ਜੀ ਦੀ ਉਦਾਹਰਨ, ਭਾਈ ਜੀ ਕਹਿੰਦੇ ਸੱਚ ਜਾਣਿਓ ਪਪੀਹੇ ਦੀ ਤੇ ਹੈ ਪਾਣੀ ਨਾਲ, ਪਰ ਉਧਰੋਂ ਕੋਈ ਨਹੀਂ, ਇੱਕ ਤਰਫਾ ਪਿਆਰ ਮੰਨਿਆ ਗਿਆ। ਜੋ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰੀ ਕੋ ਕਿਉ ਕਾਤਰੀ ਬਤਾਵੈ, ਨਾਦ ਕੁਰੰਕੈ ਵੇਦਿਆ ਸਨਮੁਖ ਉਡਤਾਵੈ। ਨਾਦ ਕਹਿੰਦੇ ਸਾਊਂਡ ਨੂੰ। ਇੱਕ ਨਾ ਕੰਡਾ ਹੇੜਾ ਹੁੰਦਾ, ਹਿਰਨ ਨੂੰ ਫੜਨ ਦੇ ਲਈ ਨਾ ਜਿਹੜੇ ਸ਼ਿਕਾਰੀ ਆ ਉਹ ਕੀ ਕਰਦੇ ਨੇ ਸਾਧ ਸੰਗਤ, ਕਿ ਉਸ ਕੰਡੇ ਹੇੜੇ ਤੇ ਚੋਟ ਮਾਰਦੇ ਆ, ਤੇ ਆਸ਼ਿਕ ਬੜਾ ਜਿਹੜਾ ਹਿਰਨ ਆ ਉਹ ਕੰਡੇ ਹੇੜੇ ਦਾ, ਉਹ ਆਵਾਜ਼ ਸੁਣਦਾ ਤੇ ਉਧਰ ਨੂੰ ਭੱਜਿਆ ਜਾਂਦਾ। ਉਹ ਇੰਨਾ ਜ਼ਿਆਦਾ ਉਹਦੇ ਵਿੱਚ ਮਸਤ ਹੋ ਜਾਂਦਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸ਼ਿਕਾਰੀ ਆ ਤੇ ਮੈਨੂੰ ਮਾਰ ਦੇਣਗੇ। ਤੇ ਕਹਿੰਦੇ ਆ ਜਦੋਂ ਹੁਣ ਉਹ ਆਵਾਜ਼ ਸੁਣਦਾ ਉਧਰ ਨੂੰ ਜਾਂਦਾ, ਉਧਰੋਂ ਸ਼ਿਕਾਰੀ ਪ੍ਰਬੰਧ ਕਰਕੇ ਬੈਠੇ ਹੁੰਦੇ ਆ, ਉਹਨੂੰ ਆਏ ਨੂੰ ਮਾਰ ਦਿੰਦੇ ਆ। ਪਰ ਅੱਜ ਤੱਕ ਗੁਰੂ ਸਾਹਿਬ ਜਾਂ ਭਾਈ ਜੀ ਕਹਿੰਦੇ ਗੁਰਦਾਸ ਕਹਿੰਦੇ ਕੰਡੇ ਹੇੜੇ ਦੀ ਆਵਾਜ਼ ਅੱਜ ਤੱਕ ਹਿਰਨ ਸੁਣਦਾ ਤੇ ਉਧਰ ਨੂੰ ਜਾਂਦਾ ਵੀ ਆ। ਕੋਈ ਉਹਨੂੰ ਕਵੇ ਉਹ ਜਿੱਧਰ ਨੂੰ ਤੂੰ ਚੱਲਿਆ ਤੈਨੂੰ ਮਾਰ ਦੇਣਗੇ, ਉਹ ਕਹਿੰਦਾ ਮੈਨੂੰ ਪਤਾ, ਪਰ ਮੈਂ ਕਰਾਂ ਕਿ ਮੇਰਾ ਇਸ਼ਕ ਰੱਬ ਨੇ ਉਸ ਨਾਦ ਨਾਲ ਲਾਇਆ, ਜਿੱਥੋਂ ਆਵਾਜ਼ ਆਉਂਦੀ ਆ ਮੈਂ ਕੀਲਿਆ ਉਧਰ ਨੂੰ ਚਲਿਆ ਜਾਂਦਾ, ਬੇਸ਼ੱਕ ਮੇਰੀ ਮੌਤ ਹੋ ਜਾਂਦੀ ਹੈ। ਇੱਕ ਤਰਫਾ ਪਿਆਰ ਹੈ ਨਾ, ਦੂਜੇ ਪਾਸੋਂ ਨਹੀਂ। ਹੁਣ ਮਹਾਰਾਜ ਸੱਚੇ ਪਿਤਾ ਕਹਿੰਦੇ ਉਹ ਪਿਆਰ ਅੱਜ ਤੱਕ ਚੱਲਦਾ, ਰਹਿੰਦੀ ਦੁਨੀਆ ਤੱਕ ਚੱਲੇਗਾ। ਸੱਚ ਜਾਣਿਓ ਸਾਧ ਸੰਗਤ, ਜਦੋਂ ਗੁਰੂ ਘਰਾਂ 'ਚ ਹੁਕਮਨਾਮੇ ਲਏ ਜਾਂਦੇ ਆ, ਜਾਂ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਘਰ ਗੁਰੂ ਬਾਣੀ ਕਹਿੰਦੀ ਆ ਸੱਦ ਪੈਂਦੇ ਆ ਮਹਾਰਾਜ ਦੇ, ਸੱਚ ਇਵੇਂ ਅੰਮ੍ਰਿਤ ਵੇਲੇ ਸਿੱਖ ਜਾਗਦਾ, ਉਸ ਨਾਦ ਸ਼ਬਦ ਨਾਲ ਜੁੜਦਾ, ਤੇ ਉਥੇ ਤੇ ਉਹ ਜਾਵੇ, ਉਹਦੇ ਤਨ ਦੀ ਮੌਤ ਹੁੰਦੀ ਆ। ਜਦੋਂ ਸਿੱਖ ਸ਼ਬਦ ਰੂਪੀ ਨਾਦ ਨਾਲ ਜੁੜੇ, ਇਹਦੇ ਅੰਦਰੋਂ ਪਾਪਾਂ ਦੀ ਵਿਰਤੀ ਦੀ ਮੌਤ ਹੁੰਦੀ ਹੈ, ਇੱਕ ਚੰਗਾ ਇਨਸਾਨ ਵਿੱਚੋਂ ਨਿਕਲ ਕੇ ਬਾਹਰ ਆਉਂਦਾ। ਮਹਾਰਾਜ ਕਹਿੰਦੇ ਨਾਦ ਕੁਰੰਕੈ ਵੇਦਿਆ ਸਨਮੁਖ ਉਡਤਾਵੈ। ਬਸ ਇਸੇ ਤਰ੍ਹਾਂ ਜਦੋਂ ਨੇਮ ਦਾ ਵੇਲਾ ਹੋ ਜੇ, ਉਦੋਂ ਸਿੱਖ ਸ਼ਬਦ ਰੂਪੀ ਨਾਦ ਦੇ ਨਾਲ ਜੁੜ ਜਾਂਦਾ। ਇੱਕ ਹੋਰ ਉਦਾਹਰਨ ਇਸ ਪੌੜੀ ਅੰਦਰ ਕਿ ਪਾਤਸ਼ਾਹ ਜੀ ਕਹਿੰਦੇ ਨੇ ਨਾਦ ਕੁਰੰਕੈ ਵੇਦਿਆ ਸਨਮੁਖ ਉਡਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਚਿੱਕੜ ਦੇ ਅੰਦਰ ਕਮਲ ਉਗਦਾ, ਤੇ ਦੇਖੋ ਕਮਲ ਨੂੰ ਖਾਸ ਕਰਕੇ ਹਿੰਦੁਸਤਾਨ ਦੇ ਅੰਦਰ ਜੋ ਮੰਨਿਆ ਗਿਆ ਨਾ ਬੜਾ ਪਾਕ ਪਵਿੱਤਰ, ਤੇ ਜਦੋਂ ਕੋਈ ਧਰਮ ਦੀ ਗੱਲ ਕੀਤੀ ਤੇ ਉਦੋਂ ਇਹਦੀ ਤਰਜੀਹ ਧਰਮ ਦੇ ਨਾਲ ਦਿੱਤੀ। ਇਹਨੂੰ ਧਾਰਮਿਕ ਚਿੰਨ੍ਹ, ਜਿੰਨੇ ਸਾਡੇ ਗੁਰਦੁਆਰਿਆਂ ਦੇ ਗੁੰਮਤ ਹੁੰਦੇ ਨਾ, ਮੰਦਿਰਾਂ ਦੇ ਗੁੰਮਤ, ਇਹ ਕਮਲ ਦਾ, ਜਿਵੇਂ ਜਦੋਂ ਅਸੀਂ ਕਮਲ ਨੂੰ ਪੁੱਠਾ ਨਹੀਂ ਕਰ ਦਿੰਦੇ ਤੇ ਇਹ ਉਹਦਾ ਆਕਾਰ ਹੈ, ਤੇ ਇਹਨੂੰ ਸਾਡੇ ਕਹਿ ਲੋ ਕਿ ਜਿੰਨੇ ਵੀ ਦੇਵ ਪੁਰਸ਼ ਹੋਏ ਆ, ਉਹਨਾਂ ਨੇ ਇੱਕ ਧਾਰਮਿਕ ਚਿੰਨ੍ਹ ਵਜੋਂ ਮੰਨਿਆ ਗਿਆ। ਹੁਣ ਮਹਾਰਾਜ ਸੱਚੇ ਪਿਤਾ ਕਹਿੰਦੇ ਕਮਲ ਦਾ ਪਿਆਰ, ਆਪਣੇ ਭਵਰੇ ਦਾ ਪਿਆਰ ਕਮਲ ਦੇ ਨਾਲ ਬੜਾ ਜ਼ਬਰਦਸਤ ਹੁੰਦਾ ਹੈ। ਜਦੋਂ ਕਮਲ ਦੀਆਂ ਪੰਖੜੀਆਂ ਫੁੱਟਦੀਆਂ ਸੂਰਜ ਦੀਆਂ ਕਿਰਨਾਂ ਨਾਲ, ਉਦੋਂ ਭਵਰਾ ਜਾਂਦਾ, ਉੱਥੇ ਬਹਿ ਕੇ ਰਸ ਮਾਣਦਾ, ਰਸ ਪੀਂਦਾ, ਪਰ ਉਹ ਇੰਨਾ ਮਗਨ ਹੋ ਜਾਂਦਾ ਉਹਨੂੰ ਉੱਡਣ ਦਾ ਹੀ ਚੇਤਾ ਭੁੱਲ ਜਾਂਦਾ। ਤਰਕਾਲਾਂ ਪੈਂਦੀਆਂ ਸ਼ਾਮਾਂ ਨੂੰ, ਤੇ ਕਮਲ ਆਪਣੇ ਪੰਖਣ ਸਮੇਟ ਲੈਂਦਾ। ਕਹਿੰਦੇ ਉਹ ਭਵਰਾ ਜਿਹੜਾ ਰਸ ਲੈਣ ਆਇਆ ਹੁੰਦਾ ਨਾ, ਉਹ ਪੰਖਾਂ ਦੇ ਵਿੱਚ ਹੀ
ਉਹਨੂੰ ਗੜੁੰਦ ਕਰਕੇ ਤੇ ਉਹਨੂੰ ਮਾਰ ਦਿੰਦਾ, ਉਹਦੇ ਸਵਾਸ ਘੁੱਟੇ ਜਾਂਦੇ ਆ। ਹੁਣ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਵੇਖੋ, ਬੇਸ਼ੱਕ ਭਵਰੇ ਦੀ ਕਮਲ ਦੇ ਫੁੱਲ ਤੇ ਬੈਠਿਆਂ ਮੌਤ ਹੋ ਜਾਂਦੀ ਆ, ਪਰ ਅੱਜ ਤੱਕ ਜਿਹੜਾ ਕਮਲ ਤੋਂ ਪਿਆਰ ਨਹੀਂ ਭਵਰੇ ਨੇ ਘੱਟ ਕੀਤਾ, ਉਹਦੇ ਕੋਲ ਜਾਂਦਾ, ਰਸ ਮਾਣਦਾ। ਆ ਸਿੱਖਾ, ਬੇਸ਼ੱਕ ਉਹ ਪਿਆਰ ਇੱਕ ਤਰਫ ਹੈ, ਕਮਲ ਦਾ ਭਵਰੇ ਨਾਲ ਪਿਆਰ ਨਹੀਂ, ਭਵਰੇ ਦਾ ਕਮਲ ਨਾਲ ਹੈ। ਤੂੰ ਵੀ ਗੁਰੂ ਦੀ ਬਾਣੀ ਦਾ ਰਸ ਲੈਣ ਦੇ ਲਈ ਗੁਰੂ ਰੂਪੀ ਕਮਲ ਦੇ ਕੋਲ ਆ, ਭਵਰਾ ਬਣ ਕੇ ਆ, ਤੇ ਭਵਰਾ ਬਣ ਕੇ ਇੱਕ ਜਪਜੀ ਸਾਹਿਬ ਪੜ, ਸੁਖਮਨੀ ਸਾਹਿਬ ਪੜ, ਭਾਵੇਂ ਇੱਕ ਤੁਕ ਪੜ, ਭਾਵੇਂ 2 ਮਿੰਟ ਨਾਮ ਜਪ, ਰਸ ਲੈ ਭਵਰੇ ਵਾਂਗ। ਉਥੇ ਭਵਰੇ ਦੇ ਗਿਆ ਸੱਚ ਐਵੇਂ ਭਵਰੇ ਦੀ ਮੌਤ ਹੁੰਦੀ ਆ। ਤੂੰ ਗੁਰਬਾਣੀ ਦਾ ਰਸ ਲੈ, ਜਿਨ੍ਹਾਂ ਨੇ ਬਾਣੀ ਦਾ ਰਸ ਲਿਆ ਉਹਨਾਂ ਨੂੰ ਮੌਤ ਦੇ ਵਿੱਚੋਂ ਵੀ ਜੀਵਨ ਪਾਤਸ਼ਾਹ ਨੇ ਦਿੱਤਾ। ਜਿਸ ਜੀਵਨ ਨੂੰ ਦੁਨੀਆ ਦਾ ਕੋਈ ਸ਼ਸਤਰ ਨਹੀਂ ਮਾਰ ਸਕਿਆ, ਕਾਲ ਵੀ ਨਹੀਂ ਮਾਰ ਸਕਿਆ, ਕਿਉਂਕਿ ਕਾਲ ਸਰੀਰ ਨੂੰ ਮਾਰ ਸਕਦਾ ਹੈ, ਪਰ ਜਿਹੜੀ ਹੋਂਦ ਸ਼ਬਦ ਬਣਾ ਦਿੰਦਾ ਉਹ ਹੋਂਦ ਜੁਗੋ ਜੁਗ ਅਟਲ ਰਹਿੰਦੀ ਹੈ। ਉਹ 'ਚ ਸਾਡੇ ਲੱਖਾਂ ਮਰ ਜੀਵੜਿਆਂ ਦਾ ਇਤਿਹਾਸ ਪਿਆ। ਹੁਣ ਜਦੋਂ ਇਹ ਉਦਾਹਰਨਾਂ ਦਿੱਤੀਆਂ ਨਾ ਜੀ ਮਹਾਰਾਜ ਨੇ, ਅਖੀਰ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਸੰਤਾਂ ਦੀ, ਗੁਰਸਿੱਖਾਂ ਦੀ ਵੀ ਪ੍ਰੀਤ ਪ੍ਰਮਾਤਮਾ ਤੇਰੇ ਨਾਲ ਇਦਾਂ ਦੀ ਹੁੰਦੀ ਆ ਜਿਵੇਂ ਮੱਛੀ ਦੀ ਪਾਣੀ ਨਾਲ, ਜਿਵੇਂ ਭਵਰੇ ਦੀ ਕੁਸਮ ਦੇ ਆਪਣੇ ਕਮਲ ਦੇ ਫੁੱਲ ਨਾਲ, ਜਿਵੇਂ ਬਬੀਹੇ ਦੀ ਸਵਾਤੀ ਬੂੰਦ ਨਾਲ, ਤੇ ਜਿਵੇਂ ਨਾਦ ਦੇ ਨਾਲ ਸੱਚ ਵੇ ਹਿਰਨ ਦੀ ਪ੍ਰੀਤ ਹੈ, ਉਦਾਂ ਹੀ ਗੁਰਸਿੱਖਾਂ ਦੀ ਗੁਰੂ ਨਾਲ, ਬਾਣੀ ਨਾਲ, ਨਾਮ ਨਾਲ ਤੇ ਗੁਰ ਮਰਿਆਦਾ ਨਾਲ ਪ੍ਰੀਤ ਹੈ। ਸਤਿਗੁਰੂ ਪਿਤਾ ਮਹਾਰਾਜ ਕਿਰਪਾ ਕਰਦੇ ਕਿ ਜੋ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰੀ ਕੋ ਕਿਉ ਕਾਤਰੀ ਬਿਤਾਵੈ, ਨਾਦ ਕੁਰੰਕੈ ਵੇਦਿਆ ਸਨਮੁਖ ਉਠ ਧਾਵੈ, ਸੱਚ ਏਵੇ ਮਿਲ ਕੁਸਮ ਜਿਹੜਾ ਹੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤੇ ਉਹ ਸੰਤ ਜਨਾ ਹਰ ਪ੍ਰੀਤ ਹੈ, ਸੱਚ ਏਵੇ ਦੇਖ ਦਰਸ਼ ਅਗਾਵੈ। ਇਸੇ ਤਰ੍ਹਾਂ ਉਹ ਪ੍ਰਮਾਤਮਾ ਦੇ ਦਰਸ਼ਨ ਕੀਤੇ ਬਿਨਾਂ ਰੱਜਦੇ ਨਹੀਂ। ਜਦੋਂ ਉਹਨਾਂ ਨੂੰ ਦਿਦਾਰੇ ਹੋ ਜਾਂਦੇ ਆ ਤੇ ਉਹ ਆਪਣੇ ਆਪ ਨੂੰ ਬੜਾ ਸੁਖੀ ਮਹਿਸੂਸ ਕਰਦੇ। ਸੋ ਇੱਥੇ ਹੀ ਆਪਾਂ ਰੋਕ ਲੈਣੇ, ਅੱਗੇ ਅਰਥ ਕਰੀਏ। ਬਹੁਤ ਕਮਾਲ ਦਾ ਹੁਕਮਨਾਮਾ ਸੰਗਤ ਜੀ। ਜਦੋਂ ਇਸ ਹੁਕਮਨਾਮੇ ਦੇ ਅਰਥ ਪੜ੍ਹੇ ਤੇ ਮਹਾਰਾਜ ਨੇ ਨੀ ਬਖਸ਼ਿਸ਼ ਕੀਤੀ ਕਿ ਇੱਕ ਇੱਕ ਤੁਕ ਤੇ 2-2 ਘੰਟੇ ਬੋਲ ਕੇ ਰਸ ਲੈਂਦੇ ਰਹੀਏ ਜਾਂ ਸੁਣ ਕੇ ਰਸ ਲੈਂਦੇ ਰਹੀਏ। ਗੁਰੂ ਸਾਹਿਬ ਕੀ ਕਿਰਪਾ ਕਰਦੇ, ਨਿਰਗੁਣ ਹਰੀਆ। ਕਹਿੰਦੇ ਉਹ ਪਰਮਾਤਮਾ ਜਿਹੜਾ ਨਿਰਗੁਣ ਹੈ ਜਾਂ ਨਿਰਗੁਣ ਸੀ, ਹਰੀਆ ਦਾ ਭਾਵ ਹਰੀ ਪਰਮਾਤਮਾ, ਸਰਗੁਣ ਧਰੀਆ। ਜਦੋਂ ਉਸ ਨਿਰਗੁਣ ਪਰਮਾਤਮਾ ਦੀ ਮੌਜ ਆਈ ਤੇ ਉਹਨੇ ਆਪਣਾ ਸਰਗੁਣ ਆਕਾਰ ਧਾਰਿਆ। ਹੁਣ ਉਹ ਸਰਗੁਣ ਦੇ ਵਿੱਚ ਕੀ ਹੋਇਆ, ਅਨੇਕ ਕੋਠਰੀਆਂ। ਕਹਿੰਦੇ ਪ੍ਰਮਾਤਮਾ ਨੇ ਇੰਨੀਆਂ ਕੋਠੀਆਂ ਬਣਾਤੀਆਂ, ਭਿੰਨ 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 ਕਰੀਆ। ਹੁਣ ਉਹ ਕੋਠੀਆਂ ਪਤਾ ਕਿਹੜੀਆਂ? ਸਾਡਾ ਸਰੀਰ ਹੈ ਜਿਹੜਾ। ਵੇਖੋ ਪ੍ਰਮਾਤਮਾ ਨੇ ਪੰਛੀ ਦਾ ਵੀ ਸਰੀਰ ਬਣਾਇਆ, ਮਨੁੱਖ ਦਾ ਬਣਾਇਆ, ਜਾਨਵਰ ਦਾ ਬਣਾਇਆ। ਕਿੱਥੇ ਇੱਕ ਹਾਥੀ ਨੂੰ ਸਿਰ ਦਿੱਤਾ ਤੇ ਕਿੱਥੇ ਇੱਕ ਕੀੜੀ 'ਚ ਵੀ ਆਪਣੀ ਅੰਸ਼ ਪਾ ਦਿੱਤੀ। ਮਹਾਰਾਜ ਕਹਿੰਦੇ ਸਾਰੀਆਂ ਪ੍ਰਮਾਤਮਾ ਦੀਆਂ ਕੋਠੀਆਂ ਨੇ ਜਿੰਨਾ ਸਰੀਰ ਹੈ। ਤੇ ਇਹਦੇ ਵਿੱਚ ਕੋਤਵਾਲ ਕੌਣ ਹੈ? ਮਹਾਰਾਜ ਜੀ। ਕਿਉਂਕਿ ਇੱਕ ਠਾਣਾ ਹੋਵੇ ਜਾਂ ਕੋਈ ਘਰ ਵਿੱਚ ਕੋਈ ਮਾਲਕ ਵੀ ਤਾਂ ਚਾਹੀਦਾ ਨਾ, ਉਹਨੂੰ ਚਲਾਉਣ ਵਾਲਾ, ਉਹਦੇ ਪ੍ਰਬੰਧ ਨੂੰ ਰੱਖਣ ਵਾਲਾ। ਹਾਂ ਮਹਾਰਾਜ ਕਹਿੰਦੇ ਵਿੱਚ ਮਨ ਕੋਟਵਰੀਆ। ਕਹਿੰਦੇ ਇਸ ਸਰੀਰਾਂ ਦੇ ਅੰਦਰ ਜਿਹੜਾ ਮਨ ਹੈ ਉਹ ਕੋਤਵਾਲ ਬਣਾ ਦਿੱਤਾ, ਮਨ ਨੂੰ ਰਾਜਾ ਬਣਾਤਾ, ਮਨ ਨੂੰ ਮਾਲਕ ਬਣਾਤਾ। ਸਰੀਰ ਭਾਵੇਂ 7 ਫੁੱਟਾ ਹੋਵੇ, ਭਾਵੇਂ ਕੁਆਂਟਲਾਂ ਮੂੰਹ ਭਾਰ ਹੋਵੇ, ਭਾਵੇਂ ਬਹੁਤ ਬਾਹੂਬਲ ਹੋਵੇ, ਪਰ ਇਸ ਸਰੀਰ ਨੂੰ ਚਲਾਉਣ ਵਾਲਾ ਸੂਖਮ ਮਾਨੇ, ਜਿਹਨੂੰ ਵੇਖਿਆ ਨਹੀਂ ਹੁੰਦਾ, ਜਿਹਦਾ ਭਾਰ ਕੋਈ ਨਹੀਂ, ਪਰ ਸੱਚ ਐਵੇਂ ਸਾਰੀ ਉਮਰ ਸਰੀਰ ਨੂੰ ਗੁਲਾਮ ਆਪਣਾ ਬਣਾ ਕੇ ਰੱਖਦਾ। ਕਿਉਂਕਿ ਮਨ ਜਿਹੜਾ ਉਹ ਸੰਸਕਾਰਾਂ ਦਾ ਸਮੂਹ ਹੈ। ਗੁਰੂ ਸਾਹਿਬ ਕਹਿੰਦੇ ਨਿਜ ਮੰਦਰ ਪਿਰਿਆ। ਪਰ ਸੰਗਤ ਜੀ ਇਸੇ ਸਰੀਰ ਰੂਪੀ ਇੱਕ ਮੰਦਰ 'ਚ ਰੱਬ ਵੀ ਰਹਿੰਦਾ। ਕਮਾਲ ਕਰਤੀ ਨਾ। ਮਹਾਰਾਜ ਕਹਿੰਦੇ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ। ਉਹ ਪਰਮਾਤਮਾ ਵੀ ਇਸੇ ਸਰੀਰ ਦੇ ਵਿੱਚ ਹੀ ਹੈ। ਗੁਰੂ ਸਾਹਿਬ ਕਹਿੰਦੇ ਤਹਾਂ ਆਨੰਦ ਕਰਿਆ। ਉਹ ਇੱਕ ਅਵਸਥਾ 'ਚ ਬੈਠਾ ਹੈ, ਉਹ ਇੱਕ ਅਵਸਥਾ 'ਚ ਜਾ ਕੇ ਮਿਲਦਾ ਹੈ। ਤੇ ਜਦੋਂ ਸਿੱਖ ਦੀ ਅਵਸਥਾ ਬਣੇ ਉਸ ਅਵਸਥਾ ਨੂੰ ਆਨੰਦ ਦੀ ਅਵਸਥਾ ਕਿਹਾ ਗਿਆ। ਨਹਿ ਮਰੀਆ ਨਹਿ ਜਰੀਆ। ਤੇ ਉਹ ਪਰਮਾਤਮਾ ਜੋ ਆਤਮਾ ਰੂਪ ਹੋ ਕੇ ਅੰਦਰ ਬੈਠਾ, ਉਹ ਨਾ ਮਰਦਾ ਤੇ ਨਾ ਬੁੱਢਾ ਹੁੰਦਾ। ਸਰੀਰ ਬੁੱਢਾ ਹੋ ਰਿਹਾ, ਸਰੀਰ ਨੇ ਖਤਮ ਹੋ ਜਾਣਾ, ਪਰ ਜੋ ਅੰਦਰ ਆਤਮਾ ਬੈਠਾ ਪਰਮਾਤਮਾ ਰੂਪ, ਉਹ ਕਦੇ ਬੁੱਢਾ ਨਹੀਂ ਹੁੰਦਾ, ਨਾ ਕਦੇ ਮਰਦਾ। ਹੁਣ ਇੱਥੋਂ ਨਾ ਅਗਲਾ ਮਹਾਰਾਜ ਨੇ ਪ੍ਰਕਰਨ ਸ਼ੁਰੂ ਕੀਤਾ, ਇਹ ਦੂਜਾ ਬੰਦ ਹੈ। ਹੁਣ ਮਹਾਰਾਜ ਕਹਿੰਦੇ ਸਾਡੀ ਗੱਲ ਕੀਤੀ ਕਿ ਰੱਬ ਨੇ ਕੋਠੀਆਂ ਬਣਾਤੀਆਂ, ਮਨ ਕੋਤਵਾਲ ਬਣਾਤਾ, ਆਪ ਵੀ ਵਿੱਚ ਬਹਿ ਗਿਆ ਅਮਰ ਹੋ ਕੇ। ਮਹਾਰਾਜ ਕਹਿੰਦੇ ਆਪਾਂ ਕਰਨਾ ਕੀ ਸੀ ਤੇ ਕੀਤਾ ਕੀ? ਕੀਰਤਨ ਜੁਰੀਆ। ਇੱਥੇ ਕੱਕੇ ਨੂੰ ਸਿਹਾਰੀ ਆ, ਸਹਿਜ ਪਾਠ ਕਰਨ ਲੱਗਿਆ। ਜ਼ਰੂਰ ਧਿਆਨ ਰੱਖਣਾ ਕਿ ਕੀਰਤਨ ਨਹੀਂ ਪਾਠ ਕਰ ਦੇਣਾ,
क्योंकि कीर्तन कीता ते बहुत अर्थ बदल जाएंगे। वो तो फिर हो जाऊगा जिवें असीं आम कीर्तन करते हैं, रब की भगती कह लो। इत्थे है कीर्तन, पोला जा लैके जाना सिहारी नूं, कीर्तन कहंदे आ इस संसार नूं। कि पिता का जन्म के जानੈ पूत, जिवें मज कहंदे करते की मित क्या जानੈ किया। हुण वो किया ते इत्थे कीर्तन, रब ने मनुख बनाया ते मनुख परमात्मा नूं छड्ड के उहदे कीर्तन नाल जुड़ गया, संसार नाल जुड़ गया, धंधियां च खचत हो गया। फिर गुरु साहब कहंदे बहु विद फिरिया, बड़े उन्हें अपने आसे पासे जाल बुने होए आ, उहदे विच ही मज कहंदे उसे घुमण घेरी च रहिंदा पर को हिरिया। ते सच जाणिओ जदों रब नाल टुट के संसार नाल जुड़ांगे उदों मार्ज कहंदे अपनी कमाई नाल ढिड नहीं भरना, दूजियां दा भी खोण नूं यतन करांगे। ये बाणी कह रही है कि पर को हिरिया, दूजे दा रूप भी चंगा लगेगा ते सच जाने दूजे दा धन भी चंगा लगेगा। हिरिया भावे बंदा खोण नूं पैंदा है। ते अज वेखो संसार दे अंदर बंदे दी 1.5 लाख भी तनख्वाह तां भी बंदा कहंदा बेंच दे थल्लियों फड़ा दे वड्डी मैनू, क्योंकि ਇਹ कलयुग है। ते जदों जदों मनुख धर्म तो डिगूगा, धर्म शास्त्रां ग्रंथां तो डिगूगा, अपने रहबरां दी देन नूं भुल्लूगा, उदों उदों मन 5 लाख लैके भी एक दिन दा मन सच वे लज्जेगा नहीं, बेईमानियां वाले पासे दौड़ेगा। विखना घिरिया मज कहंदे ऐ चंगी तरह विख दे विच जहर दे विच संसारी इस साधना दे विच घिरिया पिया। अगे हुण मज कहंदे अब साधु संग भरिया, पर जे संगत जी डिगे होइए, कोई बांह फड़ के सानू चुक के खड़ा करे, साडे कपड़े कुपड़े झाड़े, फिर कवे तुर, ते सच जाणिओ जिहड़ा उपर असीं पढ़िआ ना संत लाग, ਉਹ ਸਾਨੂੰ ਕਹਿੰਦੇ ਹੁਣ ਤੁਰ ਪੈ ਕਿੱਧਰ ਨੂੰ, ਅਬ ਸਾਧੂ ਸੰਗ ਭਰੀਆ। ਕੋਈ ਗੱਲ ਨਹੀਂ ਜੇ ਸਾਰੀ ਉਮਰ ਡਿੱਗੇ ਹੋਈ ਰਿਆ, ਸਾਰੀ ਉਮਰ ਘਿਰਿਆ ਹੀ ਰਿਆ, ਮਨ ਚ ਕਹਿੰਦੇ ਛੱਡ ਹੁਣ ਗੁਰੂ ਵਾਲੇ ਪਾਸੇ ਜਾ, ਹਰ ਦੁਆਰ ਹੈ ਖਰੀਆ ਤੇ ਖਲੋਤਾ ਰਹਿ ਉਹਦੇ ਦਰ ਦੇ ਉੱਤੇ, ਭਾਵ ਜੁੜਿਆ ਰਹਿ, ਲੱਗਾ ਰਹਿ। ਮੱਝ ਕਹਿੰਦੇ ਜਿੰਨਾ ਵੀ ਜਪ ਤਪ ਹੁੰਦਾ ਕਰੀ ਚੱਲ, ਇੱਕ ਸਮਾਂ ਆਊਗਾ ਦਰਸ਼ਨ ਕਰੀਆ, ਤੈਨੂੰ ਖਲੋਤੇ ਨੂੰ ਉਹਦੇ ਦੁਆਰੇ ਦਰਸ਼ਨ ਹੋਣਗੇ। ਨਾਨਕ ਗੁਰ ਮਿਲਿਆ ਤੈਨੂੰ ਉਹ ਪਰਮਾਤਮਾ ਮਿਲ ਪਊਗਾ, ਬਾਹਰ ਨਾ ਫਿਰਿਆ। ਜਿਹਦੇ ਦਰਸ਼ਨ ਕੀਤੇ, ਜਿਹਨੂੰ ਮਿਲਿਆ ਸੰਗਤ ਜੀ 84 ਦੇ ਗੇੜ ਮੁੱਕ ਜਾਂਦੇ ਆ, ਆਵਾਗਮਨ ਦਾ ਚੱਕਰ ਮੁੱਕ ਜਾਂਦਾ। ਬਾਰ-ਬਾਰ ਫਿਰ ਸੱਚ ਇਵੇਂ ਮਨੁੱਖ ਜੰਮਦਾ ਮਰਦਾ ਨਹੀਂ, ਕਿਉਂਕਿ ਆਪ ਮੁਕਤ ਕਰੈ ਸੰਸਾਰ ਵਾਲੀ ਅਵਸਥਾ ਗੁਰੂ ਬਣਾ ਦਿੰਦੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।